ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ। ਹਰ ਨਾਮੋ ਮੰਤਰ ਦਰੜਾਏ ਦਾ, ਕੱਟੇ ਹੋਂ ਮੈਂ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ ਧੁਰੇ ਪਿਆ ਸੰਜੋਗ। ਸਿੱਖ ਹੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਪਾਵਨ ਅੱਖਰੀ ਮਹੱਲਾ ਪੰਜਵਾ। ਸਾਲੋਕ ਨਹਿ ਘਾਲੇ ਸਭ ਦਿਨ ਸਾਸ, ਨਹਿ ਬੜਨ ਘਟਨ ਤਿਲ ਸਾਰ। ਜੀਵਨ ਲੋ ਰਹੇ ਭਰਮ ਮੋਹ, ਨਾਨਕ ਤਿਉ ਗਵਾਰ। ਨਹਿ ਘਾਲੇ ਸਭ ਦਿਵਸ ਸਾਸ, ਨਹਿ ਬੜਨ ਘਟਨ ਤਿਲ ਸਾਰ। ਜੀਵਨ ਲੋ ਰਹੇ ਭਰਮ ਮੋਹ, ਨਾਨਕ ਤਿਉ ਗਵਾਰ। ਪੌੜੀ। ਨੂੰਹ ਗਰਾਸੈ ਕਾਲ ਤਹਿ, ਜੋ ਸਾਖਤ ਪ੍ਰਭ ਕੀਨ। ਆਨਕ ਜੋਨ ਜਨਮਹਿ ਮਰੇ, ਆਤਮ ਰਾਮ ਨ ਚੀਨ। ਗਿਆਨ ਧਿਆਨ ਤਾਹੂ ਕੋ ਆਏ, ਕਰ ਕਿਰਪਾ ਜੇ ਆਪ ਦਵਾਏ। ਗਣਤੀ ਗਣੀ ਨਹੀਂ ਕੋ ਛੂਟੈ, ਕਾਚੀ ਗਾਗਰ ਸਰ ਪਰ ਫੂਟੈ। ਸੋ ਜੀਵਤ ਜਿਹ ਜੀਵਤ ਜਪਿਆ, ਪ੍ਰਗਟ ਭਏ ਨਾਨਕ ਨਹਿ ਛਪਿਆ। ਗਣਤੀ ਗਣੀ ਨਹੀਂ ਕੋ ਆਵੈ, ਕਾਚੀ ਗਾਗਰ ਸਰ ਪਰ ਫੂਟੈ। ਸੋ ਜੀਵਤ ਜੇ ਜੀਵਤ ਜਪਿਆ, ਪ੍ਰਗਟ ਭਏ ਨਾਨਕ ਨਹਿ ਛਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ ਜਾਗਦੀ ਜੋਤ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ ਸੰਗਤਾਂ ਨੂੰ। ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨ ਬਿਰਤੀਆਂ ਨੂੰ ਉਕਾਗਰ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ
ਗੌੜੀ ਰਾਗ ਦੇ ਅੰਦਰ 52 ਅੱਖਰੀ ਦੇ ਅੰਦਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹੇ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸ਼ਲੋਕ ਦੇ ਅੰਦਰ ਸਮਝਾ ਰਹੇ ਹਨ ਮਹਾਰਾਜ ਜੀ। ਸ਼ਲੋਕ ਨਹਿ ਘਾਲੇ ਸਭ ਦਿਵਸ ਸਾਸ, ਕਿ ਸਾਰੇ ਸਰੀਰਾਂ ਵਿੱਚ ਦਿਵਸ ਰਾਤ ਦਿਨ ਅਤੇ ਸਵਾਸ ਗਿਣ ਕੇ ਘਾਲੇ ਘੱਲੇ ਪਾਏ ਹੋਏ ਹਨ। ਨਹਿ ਘਾਲੇ ਸਭ ਦਿਵਸ ਸਾਸ, ਕਿ ਸਾਰੇ ਸਰੀਰਾਂ ਵਿੱਚ ਦਿਵਸ ਦਿਨ ਅਤੇ ਸਾਸ ਸਵਾਸ ਗਿਣ ਕੇ ਘਾਲੇ ਹੁੰਦਾ ਘੱਲੇ ਹੋਏ ਹਨ, ਪਾਏ ਹੋਏ ਹਨ। ਨਹਿ ਵੜਨ ਘਟਨ ਤਿਲਸਾਰ, ਇਹ ਤਿਲਸਾਰ ਰੰਚਕ ਮਾਤਰ ਵੀ ਵਧਨ ਘਟਨ ਘੱਟ ਵੱਧ ਨਹੀਂ ਹੋ ਸਕਦੇ। ਭਾਵ ਘਟਦੇ ਵੱਧਦੇ ਨਹੀਂ, ਕਿ ਜੋ ਪਰਮੇਸ਼ਰ ਨੇ ਸਾਰੇ ਸਰੀਰਾਂ ਵਿੱਚ ਦਿਨ ਅਤੇ ਸਵਾਸ ਗਿਣ ਕੇ ਘੱਲੇ ਹਨ, ਗਿਣ ਕੇ ਪਾਏ ਹੋਏ ਹਨ। ਨਹਿ ਵੜਨ ਘਟਨ ਤਿਲਸਾਰ, ਇਹ ਤਿਲਸਾਰ ਤਿਲ ਮਾਤਰ ਵੀ ਰੰਚਕ ਮਾਤਰ ਵੀ ਵੜਨ ਹੁੰਦਾ ਵੱਧ, ਘਟ ਹੁੰਦਾ ਘਟ ਨਹੀਂ ਸਕਦੇ। ਨਾ ਤਿਲ ਵਧੈ ਨਾ ਰਾਈ ਘਟੈ, ਕਹਿੰਦੇ ਹੁੰਦੇ ਹਾਂ ਕਿ ਇਹ ਨਾ ਹੀ ਸਮਾਂ ਜੋ ਸਵਾਸ ਪਾਏ ਹੋਏ ਹਨ ਇਹ ਨਾ ਵੱਧਦੇ ਹਨ ਨਾ ਘਟਦੇ ਹਨ। ਮਹਾਰਾਜ ਜੀ ਕਹਿਣ ਲੱਗੇ ਜੀਵਨ ਲੋ ਰਹੇ ਭਰਮ ਮੋਹ, ਨਾਨਕ ਤਿਉ ਗਵਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਪੁਰਸ਼ ਭਰਮ ਅਤੇ ਮੋਹ ਦੇ ਬਸ ਹੋ ਕੇ ਬਹੁਤਾ ਜੀਵਨਾ ਲੋੜਦੇ ਹਨ, ਵੀ ਮੈਂ ਬਹੁਤ ਚਿਰ ਜਿਉਂਦਾ ਰਹਾ। ਨਾਨਕ ਤਿਉ ਗਵਾਰ, ਤਿਉ ਉਹ ਗਵਾਰ ਮੂਰਖ ਹਨ। ਜੀਵਨ ਲੋ ਰਹੇ ਭਰਮ ਮੋਹ। ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਜੋ ਪੁਰਸ਼ ਭਰਮ ਅਤੇ ਮੋਹ ਦੇ ਵਸ ਹੋ ਕੇ ਬਹੁਤਾ ਜੀਵਣਾ ਲੋੜਦੇ ਹਨ ਕਿ ਬਹੁਤਾ ਚਿਰ ਜਿਉਂਦੇ ਰਹੀਏ। ਨਾਨਕ ਤਿਉ ਗਵਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਗਵਾਰ, ਉਹ ਮੂਰਖ ਹਨ। ਭਰਮ ਦੇ ਮੋਹੇ ਲੋਕ ਆਪਣਾ ਜੀਵਨ ਆਪਣਾ ਜਿਉਣਾ ਹੋਰ ਲੋੜਦੇ ਹਨ ਕਿ ਹੋਰ ਜਿਉਵਾਂ ਹੋਰ ਜਿਉਵਾਂ। ਤਿਉ ਗਵਾਰ, ਉਹ ਇੰਦਰੀਆਂ ਰੂਪੀ ਗਵਾਲਿਆਂ ਨੂੰ ਵਿਸ਼ੇ ਰੂਪੀ ਘਾਹ ਚਰਾਉਣ ਵਾਲੇ ਹਨ, ਉਹ ਮੂਰਖ ਹਨ। ਕਿਉਂਕਿ ਸਰੀਰਾਂ ਵਿੱਚ ਦਿਨ ਅਤੇ ਸਵਾਸ ਗਿਣ ਕੇ ਪਾਏ ਹੋਏ ਹਨ। ਓਨਾ ਹੀ ਜਿਉਣਾ ਪਵੇਗਾ ਜਿੰਨੇ ਸਵਾਸ ਪਰਮੇਸ਼ਰ ਨੇ ਪਾ ਦਿੱਤੇ ਹਨ। ਨਹਿ ਵੜਨ ਘਟਨ ਤਿਲਸਾਰ, ਇਹ ਨਾ ਤਿਲਸਾਰ ਤਿਲ ਮਾਤਰ ਰੰਚਕ ਮਾਤਰ ਵੀ ਵੱਧ ਹੋ ਸਕਦੇ ਹਨ ਅਤੇ ਨਾ ਹੀ ਘਟਦੇ ਹਨ। ਜਿੰਨੇ ਪਰਮੇਸ਼ਰ ਨੇ ਬਖਸ਼ ਦਿੱਤੇ ਹਨ ਓਨੇ ਹੀ ਇਹ ਸਵਾਸ ਆਉਣੇ ਹਨ। ਸਤਿਗੁਰੂ ਜੀ ਸਮਝਾ ਰਹੇ ਹਨ, ਜੀਵਨ ਲੋਰੇ ਭਰਮ ਮੋਹ, ਨਾਨਕ ਤਿਉ ਗਵਾਰ। ਜੋ ਪੁਰਸ਼ ਭਰਮ ਅਤੇ ਮੋਹ ਦੇ ਵਸ ਹੋ ਕੇ ਬਹੁਤਾ ਜੀਵਨਾ ਲੋੜਦੇ ਹਨ ਕਿ ਮੈਂ ਬਹੁਤ ਸਮਾਂ ਜਿਉਂਦਾ ਰਹਾ, ਪਰ ਇਹ ਹੈ ਕਿ ਜਿੰਨੇ ਸਵਾਸ ਪਾਤੇ ਓਨੇ ਹੀ ਆਉਣੇ ਹਨ। ਇਸ ਦਾ ਜਿਹੜਾ ਵਿਚਾਰ ਹੈ ਕਿ ਮੈਂ ਬਹੁਤਾ ਜਿਉਂਦਾ ਰਹਾ, ਇਹ ਮੂਰਖਤਾਈ ਹੈ। ਕਿਉਂਕਿ ਭਰਮ ਦੇ ਮੋਹੇ ਲੋਕ ਆਪਣਾ ਜੀਵਨ ਜਿਉਣਾ ਲੋੜਦੇ ਹਨ, ਉਹ ਮੂਰਖ ਹੀ ਹਨ। ਕਿਉਂਕਿ ਪਰਮੇਸ਼ਰ ਨੇ ਜੋ ਸਵਾਸ ਇਹ ਗਿਣ ਕੇ ਪਾਏ ਹੋਏ ਹਨ, ਨਾ ਇਹ ਵੱਧਦੇ ਹਨ ਨਾ ਇਹ ਘਟਦੇ ਹਨ ਕਿ ਇਹ ਮਨੁੱਖ ਲੰਬਾ ਸਮਾਂ ਜਿਉ ਸਕੇ। ਜਿਤਨਾ ਸਮਾਂ ਇਸ ਨੂੰ ਦਿੱਤਾ ਹੈ ਉਤਨੇ ਸਮੇਂ ਤੋਂ ਇਸ ਨੇ ਸੰਸਾਰ ਤੋਂ ਜਾਣਾ ਹੈ ਜਦ ਸਵਾਸ ਪੂਰੇ ਹੋ ਗਏ। ਪੌੜੀ ਦੇ ਅੰਦਰ ਮਹਾਰਾਜ ਜੀ ਸਮਝਾ ਰਹੇ ਹਨ, ਨੰਗਾ ਗਰਾਸੈ ਕਾਲ ਤੇਹ, ਕਿ ਨੰਗੇ ਅੱਖਰ ਦੁਆਰਾ ਕਥਨ ਕਰਦੇ ਹਨ ਉਸ ਪੁਰਖ ਨੂੰ ਕਾਲ, ਉਸ ਪੁਰਖ ਨੂੰ ਸਮਾਂ ਮੌਤ ਗਰਾਸਦਾ ਹੈ। ਜੋ ਪ੍ਰਭ ਵਾਹਿਗੁਰੂ ਨੇ ਸਾਖਤ ਕਠੋਰ ਚਿੱਤ ਪਤਿਤ ਕੀਤੇ ਹੋਏ ਨੇ, ਉਹਨਾਂ ਨੂੰ ਜੋ ਕਾਲ ਦਾ ਸਮਾਂ ਹੈ, ਮੌਤ ਹੈ, ਉਹ ਗਰਸਦਾ ਹੈ। ਜੋ ਸਾਖਤ ਪ੍ਰਭ ਕੀਨ,
ਜੋ ਵਾਹਿਗੁਰੂ ਨੇ ਸਾਖਤ ਬਣਾਉਣਾ ਕੀਤੇ ਹਨ, ਕਠੋਰ ਚਿੱਤ ਵਾਲੇ ਬਣਾਉਣਾ ਕੀਤੇ ਹਨ, ਪਾਤਤ ਪਾਪੀ ਬਣਾਉਣਾ ਕੀਤੇ ਹਨ, ਕਿ ਉਹ ਪੁਰਖ ਕਾਲ ਦਾ ਸਮਾਂ ਉਹਨਾਂ ਪੁਰਖਾਂ ਨੂੰ ਕਾਲ ਦਾ ਸਮਾਂ ਮੌਤ ਗ੍ਰਸਦਾ ਰਹਿੰਦਾ ਹੈ। ਭਾਵ ਬੇਮੁਖ ਕਰਨਾ ਕੀਤੇ ਹਨ ਜਿਹੜੇ, ਉਹਨਾਂ ਨੂੰ ਮੌਤ ਦਾ ਸਮਾਂ ਗ੍ਰਸਦਾ ਰਹਿੰਦਾ ਹੈ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਕਿ ਜਨਮਾਂ ਜਨਮਾਂ ਦਾ ਵਿਛੋੜਾ ਪੈ ਜਾਂਦਾ ਹੈ ਪਰਮੇਸ਼ਰ ਦੇ ਨਾਲੋਂ। ਜਿਹੜੇ ਬੇਮੁਖ ਹੋ ਜਾਂਦੇ ਹਨ ਪਰਮੇਸ਼ਰ ਤੋਂ, ਜਿਹੜੇ ਪ੍ਰਭੂ ਹਰੀ ਵਾਹਿਗੁਰੂ ਨੇ ਸਾਖਤ ਮਨਮੁਖ ਕੀਤੇ ਹਨ, ਉਹਨਾਂ ਨੂੰ ਕਾਲ ਗ੍ਰਸੈ ਪਕੜ ਕੇ ਲੈ ਜਾਂਦਾ ਹੈ। ਆਨਕ ਜੋਨ ਜਨਮ ਹੈ ਮਰੇ, ਆਤਮ ਰਾਮ ਨਾ ਚੀਨ। ਆਨਕ ਜੋਨ ਜਨਮ ਹੈ ਮਰੇ, ਉਹ ਆਨਕ ਅਨੇਕਾਂ ਜੂਨਾਂ ਵਿੱਚ ਪੈ ਕੇ ਜਨਮ ਹੈ ਮਰਹੇ, ਕਿ ਜੰਮਦੇ ਮਰਦੇ ਰਹਿੰਦੇ ਹਨ। ਜਿਨ੍ਹਾਂ ਨੇ ਜੀਵ ਆਤਮਾ ਨੂੰ, ਮਨ ਨੂੰ ਪਰਮੇਸ਼ਰ ਦਾ ਰੂਪ ਨਹੀਂ ਜਾਣਿਆ, ਕਿਉਂਕਿ ਆਤਮਾ ਪ੍ਰਾਤਮਾ ਇੱਕੋ ਹੈ, ਕਿ ਜੋ ਆਤਮਾ ਹੈ ਤੇ ਆਤਮਾ ਪਰਮਾਤਮਾ, ਉਸ ਨੂੰ ਜਾਣਿਆ ਨਹੀਂ ਇਸ ਜੀਵ ਆਤਮਾ ਨੂੰ, ਤੇ ਮਨ ਨੂੰ ਮਨ ਤੋਂ ਜੋਤ ਸਰੂਪ ਹੈ। ਆਪਣਾ ਮੂਲ ਪਛਾਣ, ਕਿ ਜਿਨ੍ਹਾਂ ਨੇ ਮਨ ਤੇ ਆਤਮਾ ਨੂੰ ਪਰਮੇਸ਼ਰ ਦਾ ਰੂਪ ਨਹੀਂ ਜਾਣਿਆ, ਭਾਵ ਜਾਣਨਾ ਨਹੀਂ ਕੀਤਾ, ਉਹ ਜੂਨਾਂ ਦੇ ਵਿੱਚ ਪੈ ਕੇ ਜੰਮਦੇ ਮਰਦੇ ਰਹਿੰਦੇ ਹਨ। ਗਿਆਨ ਧਿਆਨ ਤਾਹੂ ਕੋ ਆਏ, ਤਾਹੂ ਉਹਨਾਂ ਪੁਰਖਾਂ ਨੂੰ ਹਰੀ ਦੇ ਨਿਰਗੁਣ ਸਰੂਪ ਦਾ ਗਿਆਨ ਤੇ ਸਰਗੁਣ ਸਰੂਪ ਦਾ ਧਿਆਨ ਆਇਆ ਹੈ। ਕਰ ਕਿਰਪਾ ਜਿਹ ਆਪ ਦਿਵਾਏ, ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਦਿਵਾ ਦਿੱਤਾ ਹੈ ਪਰਮੇਸ਼ਰ ਦਾ ਨਾਮ, ਕਿ ਉਹਨਾਂ ਪੁਰਖਾਂ ਨੂੰ ਹਰੀ ਦੇ ਨਿਰਗੁਣ ਸਰੂਪ ਦਾ ਗਿਆਨ ਤੇ ਸਰਗੁਣ ਸਰੂਪ ਦਾ ਧਿਆਨ ਆਇਆ ਹੈ। ਗਣਤੀ ਗਣੇ ਨਹੀਂ ਕੋ ਛੂਟੈ, ਜੇ ਕੋਈ ਵੇਦ ਸ਼ਾਸਤਰਾਂ ਦੀ ਗਿਣਤੀ ਗਿਣੇ ਕਿ ਮੈਂ ਵੇਦਾਂਤ ਪੜ੍ਹਿਆ ਹਾਂ, ਇਸ ਤਰ੍ਹਾਂ ਛੁਟਕਾਰਾ ਭਾਵ ਮੁਕਤੀ ਨਹੀਂ ਹੋ ਸਕਦੀ। ਗਣਤੀ ਗਣੀ ਨਹਿ ਕੋ ਛੂਟੈ, ਜੇ ਕੋਈ ਵੇਦਾਂ ਸ਼ਾਸਤਰਾਂ ਦੀ ਗਿਣਤੀ ਗਿਣੇ ਕਿ ਮੈਂ ਵੇਦਾਂਤ ਪੜ੍ਹਿਆ ਹੋਇਆ ਹਾਂ, ਇਹਨਾਂ ਵੇਦਾਂਤਾਂ ਦੇ ਪੜ੍ਹਿਆ ਕਰਕੇ ਛੁਟਕਾਰਾ ਭਾਵ ਮੁਕਤੀ ਨਹੀਂ ਹੋ ਸਕਦੀ। ਪਰਮੇਸ਼ਰ ਦਾ ਨਾਮ ਹੀ ਜਪਣਾ ਪਵੇਗਾ। ਪਰਮੇਸ਼ਰ ਅਕਾਲ ਪੁਰਖ ਦੀ ਸਿਫਤ ਸਲਾਹ ਵਡਿਆਈ ਕਰਨੀ ਪਵੇਗੀ, ਫਿਰ ਹੀ ਇਹ ਛੁਟਕਾਰਾ ਹੋਣਾ ਹੈ। ਕਾਚੀ ਗਾਗਰ ਸਰ ਪਰ ਫੂਟੈ, ਕਿ ਜਿਵੇਂ ਕਾਚੀ ਕੱਚੀ ਗਾਗਰ ਪਾਣੀ ਪੈਣ ਤੇ ਉੱਤੋਂ ਸਰ ਪਰ ਜ਼ਰੂਰ ਹੀ ਫੁੱਟ ਜਾਂਦੀ ਹੈ। ਜੋ ਕੱਚੀ ਗਾਗਰ ਹੁੰਦੀ ਹੈ, ਕੱਚਾ ਘੜਾ ਹੁੰਦਾ ਹੈ, ਜੇ ਕੱਚੇ ਘੜੇ ਦੇ ਵਿੱਚ ਪਾਣੀ ਪਾ ਦਈਏ, ਉਹ ਖੁਰਦਾ ਤੇ ਉਹ ਟੁੱਟ ਜਾਂਦਾ ਹੈ। ਇਸੇ ਪ੍ਰਕਾਰ ਦੇਹ ਰੂਪੀ ਕੱਚੀ ਗਾਗਰ, ਦੇਹ ਰੂਪੀ ਕੱਚਾ ਘੜਾ ਕਾਲ ਰੂਪੀ ਪਾਣੀ ਪੈਣ ਤੋਂ ਜੋ ਜ਼ਰੂਰ ਹੀ ਟੁੱਟ ਜਾਵੇਗਾ। ਭਾਵ ਕੱਚੀ ਗਾਗਰ ਦੀ ਨਿਆਈ ਇਹ ਦੇਹ ਸਦਾ ਕਾਇਮ ਨਹੀਂ ਰਹਿਣੀ, ਸੰਸਾਰ ਤੋਂ ਜ਼ਰੂਰ ਹੀ ਇਸ ਸਰੀਰ ਨੇ ਜਾਣਾ ਹੈ, ਜਾਣਾ ਹੀ ਪਵੇਗਾ। ਸੋ ਜੀਵਤ ਜਿਹ ਜੀਵਤ ਜਪਿਆ, ਸੋ ਉਹੀ ਸੰਸਾਰ ਵਿੱਚ ਜੀਵਤ ਜਿਉਂਦਿਆਂ ਦੀ ਗਿਣਤੀ ਵਿੱਚ ਹਨ, ਜਿਨ੍ਹਾਂ ਨੇ ਜਿਉਂਦੇ ਜਿਉਂਦੇ ਪਰਮੇਸ਼ਰ ਦਾ ਨਾਮ ਜਪਿਆ ਹੈ। ਜੋ ਜੀਵਤ ਜਿਹ ਜੀਵਤ ਜਪਿਆ, ਕਿ ਉਹੀ ਸੰਸਾਰ ਵਿੱਚ ਜੀਵਤ ਜਿਉਂਦਿਆਂ ਦੀ ਗਿਣਤੀ ਵਿੱਚ ਹਨ, ਜਿਨ੍ਹਾਂ ਨੇ ਜੀਵਤ ਹੁੰਦਾ ਜਿਉਂਦੇ ਜਿਉਂਦੇ ਪਰਮੇਸ਼ਰ ਦਾ ਨਾਮ ਜਪਿਆ ਹੈ। ਉਹ ਹਰੀ ਜੀਵਤ ਰੂਪ ਹੈ, ਜਿਨ੍ਹਾਂ ਨੇ ਉਸ ਦਾ ਨਾਮ ਜਪਿਆ ਹੈ। ਜੋ ਹਰੀ ਦਾ ਨਾਮ ਜਪਿਆ ਹੈ ਕਿ ਉਹ ਜੀਵਤ ਰੂਪ ਹੈ, ਉਹ ਆਤਮਿਕ ਜੀਵਨ ਕਰਕੇ ਜੀਵਤ ਹੋ ਗਏ ਹਨ।
ਪ੍ਰਗਟ ਭਏ ਨਾਨਕ ਨੇ ਛਪਿਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਸੰਸਾਰ ਵਿੱਚ ਪ੍ਰਗਟ ਪ੍ਰਤੱਖ ਹੋਏ ਹਨ, ਉਹ ਛੁਪੇ ਨਹੀਂ ਰਹਿੰਦੇ। ਜਿਨ੍ਹਾਂ ਨੇ ਜਿਉਂਦਿਆਂ ਜਿਉਂਦਿਆਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ, ਕਿ ਜਿਉਂਦਿਆਂ ਦੀ ਕਿ ਉਹੀ ਸੰਸਾਰ ਵਿੱਚ ਜਿਉਂਦਿਆਂ ਦੀ ਗਿਣਤੀ ਵਿੱਚ ਹਨ, ਜਿਨ੍ਹਾਂ ਨੇ ਜਿਉਂਦੇ ਜਿਉਂਦੇ ਪਰਮੇਸ਼ਰ ਦਾ ਨਾਮ ਜਪਿਆ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ ਇਸ ਸ਼ਲੋਕ ਦੇ ਵਿੱਚ। ਅਗਲੇ ਸ਼ਲੋਕ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾ ਰਹੇ ਹਨ। ਸ਼ਲੋਕ ਚਿਤ ਚਿਤ ਬੋ ਚਰਨਾਰ ਬਿੰਦ, ਊਂਦ ਕਮਲ ਬਿਕਸਾਤ, ਪ੍ਰਗਟ ਭਏ ਆਪਹਿ ਗੋਵਿੰਦ, ਨਾਨਕ ਸੰਤ ਮਤਾਤ। ਪੌੜੀ ਚੱਚਾ ਚਰਨ ਕਮਲ ਗੁਰ ਲਾਗਾ, ਧੰਨ ਧੰਨ ਉਆ ਦਿਨ ਸੰਜੋਗ ਸੁਭਾਗਾ। ਚਾਰ ਕੁੰਟ ਦਹਿ ਦਿਸ ਭ੍ਰਮ ਆਇਓ, ਭਈ ਕਿਰਪਾ ਤਬ ਦਰਸ਼ਨ ਪਾਇਓ। ਚਾਰ ਵਿਚਾਰ ਬਿਨਸਿਓ ਸਭ ਦੂਆ, ਸਾਧ ਸੰਗ ਮਨ ਨਿਰਮਲ ਹੁਆ। ਚਿੰਤ ਵਿਸਾਰੀ ਏਕ ਦ੍ਰਿਸ਼ਟੇਤਾ, ਨਾਨਕ ਗਿਆਨ ਅੰਜਨ ਜਿਹ ਨੇਤਰਾ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸ਼ਲੋਕ ਤੇ ਪੌੜੀ ਦੇ ਅੰਦਰ ਵਿਸਥਾਰ ਦੇ ਨਾਲ ਇਸ ਸੰਸਾਰ ਦੇ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸਮਝਾ ਰਹੇ ਹਨ। ਚਿੱਤ ਚਿਤ ਬੋ ਚਰਨਾਰ ਬਿੰਦ, ਊਂਦ ਕਮਲ ਵਿਕਸਾਤ। ਮਹਾਰਾਜ ਜੀ ਕਹਿਣ ਲੱਗੇ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨਾਰ ਬਿੰਦ ਚਰਨਾ ਕਮਲਾਂ ਨੂੰ ਚਿੱਤ ਦੇ ਵਿੱਚ, ਹਿਰਦੇ ਵਿੱਚ ਚਿੱਤ ਬੋ ਚਿੰਤਨ ਕਰਿਆ ਹੈ, ਚੇਤੇ ਕਰਿਆ ਹੈ, ਉਹਨਾਂ ਦਾ ਪਰਮੇਸ਼ਰ ਦੀ ਤਰਫੋਂ ਊਂਦ ਕਮਲ ਵਿਕਸਾਤ। ਊਂਦ ਉਲਟ ਹੋਇਆ, ਹਿਰਦਾ ਕਮਲ ਦੀ ਤਰ੍ਹਾਂ ਸ਼ੁਭ ਗੁਣਾਂ ਦੇ ਸਹਿਤ ਵਿਕਸਾਤ ਪ੍ਰਫੁੱਲਤ ਹੋ ਗਿਆ ਹੈ। ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਚਿੱਤ ਚਿਤ ਬੋ ਚਰਨਾਰ ਬਿੰਦ, ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨਾਰ ਬਿੰਦ ਚਰਨਾ ਕਮਲਾਂ ਨੂੰ ਚਿੱਤ ਦੇ ਵਿੱਚ, ਹਿਰਦੇ ਵਿੱਚ ਚਿੰਤਨ ਕਰਿਆ ਹੈ, ਚੇਤੇ ਕਰਿਆ ਹੈ, ਉਹਨਾਂ ਦਾ ਪਰਮੇਸ਼ਰ ਦੀ ਤਰਫੋਂ ਊਂਦ ਹੁੰਦਾ ਉਲਟ ਹੋਇਆ ਹਿਰਦਾ ਕਮਲ, ਸੋਭ ਗੁਣਾਂ ਦੇ ਸਹਿਤ ਵਿਕਸਾਤ ਪ੍ਰਫੁੱਲਤ ਹੋ ਗਿਆ ਹੈ। ਪਰਮੇਸ਼ਰ ਦੇ ਨਾਮ ਨੂੰ ਚਿੱਤ ਦੇ ਵਿੱਚ ਚਿਤਵਨਾ ਕਰੋ। ਜੋ ਬੇਮੁਖ ਹੋਣਾ ਹੈ ਉਹ ਊਂਦ ਮੂਧਾ ਹੋਣਾ ਹੈ, ਭਾਵ ਹਿਰਦਾ ਅਵਿਦਿਆ ਰੂਪੀ ਰਾਤ ਕਰਕੇ ਉਹ ਉਲਟਾ ਹੋਇਆ ਹੈ। ਬ੍ਰਹਮ ਗਿਆਨ ਦਾ ਦਿਨ ਚੜ੍ਹਨੇ ਕਰਕੇ ਹਿਰਦੇ ਰੂਪੀ ਕਾਮਲ ਸਿੱਧਾ ਹੋ ਜਾਏਗਾ ਅਤੇ ਸਨਮੁਖ ਹੋ ਕੇ ਖਿੜ ਆਵੇਗਾ। ਪ੍ਰਗਟ ਭਏ ਆਪਹਿ ਗੋਵਿੰਦ, ਨਾਨਕ ਸੰਤ ਮਤਾਤ। ਸਤਿਗੁਰੂ ਜੀ ਕਥਨ ਕਰਦੇ ਹਨ, ਉਹ ਗੋਬਿੰਦ, ਉਹ ਪਰਮੇਸ਼ਰ ਆਪ ਹੀ ਅੰਦਰ ਪ੍ਰਗਟ ਹੋ ਜਾਂਦਾ ਹੈ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨਾਂ ਕਮਲਾਂ ਨੂੰ ਚਿੱਤ ਦੇ ਵਿੱਚ ਚਿੰਤਨ ਕਰਿਆ ਹੈ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਉਹ ਗੋਬਿੰਦ ਪਰਮੇਸ਼ਰ ਆਪ ਹੀ ਉਹਨਾਂ ਦੇ ਅੰਦਰ ਪ੍ਰਤੱਖ ਪ੍ਰਗਟ ਹੋ ਜਾਂਦਾ ਹੈ। ਨਾਨਕ ਸੰਤ ਮਤਾਤ, ਕਿ ਇਹ ਸਾਰੇ ਸੰਤ ਸਾਧੂਆਂ ਦਾ ਮਤਾਤ, ਮਤਾ ਹੈ, ਸਿਧਾਂਤ ਹੈ ਕਿ ਉਹ ਗੋਬਿੰਦ ਪਰਮੇਸ਼ਰ ਆਪ ਹੀ ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਪ੍ਰਤੱਖ ਹੋ ਜਾਂਦਾ ਹੈ। ਜਿਨ੍ਹਾਂ ਦਾ ਹਿਰਦਾ ਰੂਪੀ ਕਮਲ ਸ਼ੁਭ ਗੁਣਾਂ ਦੇ ਸਹਿਤ ਪ੍ਰਫੁੱਲਤ ਹੋਇਆ ਹੈ। ਪੌੜੀ ਚਿੱਚਾ ਚਰਨ ਕਮਲ ਗੁਰ ਲਾਗਾ, ਧੰਨ ਧੰਨ ਉਆ ਦਿਨ ਸੰਜੋਗ ਸੁਭਾਗਾ। ਚੱਚੇ ਅੱਖਰ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ
बड़े ही विस्तार दे नाल समझा रहे हैं कि जिन्हां दा गुरु दे चरना कमलों विच मन लग गया है। सच्चा चरण कमल गुर लागा, कि जिस दा गुरु दे चरना कमलों विच भाव नाम दे नाल मन लग गया है। धन धन ओह दिन संजोग सुभागा, ओह दिन धन है अते सिख भी धन है, क्योंकि ओह सिख गुरां दे संजोग गुरां दे मिलाप करके सुभागा श्रेष्ठ भागां वाला हो गया है। कि जिस दा गुरु दे चरना कमलों विच मन लग गया है, नाम बाणी दे विच मन लग गया है, कि ओह श्रेष्ठ भागां वाला हो गया है। चार कुंट दह दिस भ्रम आयो, कि जीव चार कुंट चार खाणियां दह दिस दसे दिशावां विच भरम दा आया है। जदों जीव ते गुरु साहिब जी की किरपा दृष्टि होई, जदों जीव ते गुरु साहिब जी की किरपा दृष्टि होई, तब दर्शन पायो। तब तदों ही उस ने हरि वाहिगुरु दे दर्शनां नूं पाउणा कीता है। चार कुंट दह दिस भ्रम आयो, कि जीव चारे कुंटां चारे खाणियां अंडज जेरज सेतज उत्भुज दसे दिशावां विच भरम दा आया। जदों जीव ते गुरु साहिब जी की किरपा दृष्टि होई, तब दर्शन पायो। तदों उसने जीव ने हरि वाहिगुरु दे दर्शनां नूं पाउणा कीता है। चार विचार बिनस्यो सब दूआ, जदों सुंदर आत्मा विचार प्राप्त होया। जद चार हुंदा सुंदर आत्म विचार प्राप्त होया, जद वाहिगुरु गुरमंत्र दे चार अखरां नूं विचार लिया इस जीव ने। जदों वाहिगुरु दे गुरमंत्र दे चार अखरां नूं वाहिगुरु नूं विचार लिया, चारे वेदां सुंदर सिमरतियां ब्याह करना पुराणा शास्त्रां नूं विचार लिया, चौथी भूमिका तुरिया पद नूं विचार लिया, तद सारी दवैत नाश हो गई मिट गई। अते साध संगत करके अंतस करन विच हिरदे विच के शुद्धता आ जाती है। महाराज जी ने बड़े ही विस्तार दे नाल समझाउणा कीता है। चिंत विसारी एक दृष्टेता, नानक ज्ञान अंजन जिह नेत्रा। जिन्हां दे हिरदा शुद्ध हो गया है, ते चौथी भूमिका नूं विचार लिया है जिन्हां ने, कि महाराज जी कहन लगे उन्हां दी चिंत उन्हां दी सोच विसारी भुला दिती है। अते उन्हां ने एक वाहिगुरु दी दृष्टेता दिसण विच आउंदा है। उन्हां नूं एक वाहिगुरु ही फिर दिसण विच आउंदा है, कि जिन्हां दी सोच परमेश्वर ने भुला दिती है होर कंमां तों, होर खाणे पीणिਆਂ ਤੋਂ, ते नाम दे विच जोड़ दिती है। उन्हां नूं फिर एक वाहिगुरु ही दिसण विच आउंदा है। नानक ज्ञान अंजन जिह नेत्रा। सतगुरु जी कथन करते हैं, जिन्हां ने गुरु जिन्हां दे गुरु ने मन बुद्ध रूप नेत्रां विच अखां विच जुगत रूप सलाइयां नाल ज्ञान रूपी अंजन ज्ञान रूपी सुरमा पा दिता है। उन्हां दी सोच भुला दिती है। उन्हां ने एक वाहिगुरु ही दिसण विच आउंदा है। सलोक साती सीतल मन सुखी, शांत गोविंद गुण गाए। ऐसी कृपा करहु प्रभ, नानक दास दसाए। पौड़ी सच्चा छोरे दास तुम्हारे, दास दासन के पानी हारे। छच्छा छार होत तेरे में संता, अपनी कृपा करहो भगवंता।
ਸਾੜ ਸਿਆਣਪ ਬਹੁ ਚਤਰਾਈ, ਸੰਤਨ ਕੀ ਮਨ ਟੇਕ ਟਿਕਾਈ। ਛਾਰ ਕੀ ਪੁੱਤਰੀ ਪਰਮਗਤ ਪਾਈ, ਨਾਨਕ ਜਾਂ ਕੋ ਸੰਤ ਸਹਾਈ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਬੜੇ ਹੀ ਪਿਆਰ ਦੇ ਨਾਲ ਸਮਝਾ ਰਹੇ ਹਨ। ਛਾਤੀ ਸ਼ੀਤਲ ਮਨ ਸੁਖੀ, ਕਿ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਸ਼ਾਂਤ ਰੂਪ ਗੁਣਾਂ ਨੂੰ ਗਾ ਕੇ ਮਨ ਸੁਖੀ ਅਤੇ ਛਾਤੀ ਸੀਨਾ ਸ਼ੀਤਲ ਠੰਡਾ ਹੋ ਜਾਂਦਾ ਹੈ। ਛਾਤੀ ਸ਼ੀਤਲ ਮਨ ਸੁਖੀ, ਕਿ ਪ੍ਰਿਥਵੀ ਦੀ ਛੰਤ ਗੋਬਿੰਦ ਗੁਣ ਗਾਏ, ਕਿ ਗੋਬਿੰਦ ਗੋ ਪ੍ਰਿਥਵੀ ਧਰਤੀ ਦੀ ਬਿੰਦ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਛੰਤ ਰੂਪ ਜਸ ਰੂਪ ਗੁਣਾਂ ਨੂੰ ਗਾ ਕੇ ਮਨ ਹੈ ਜਿਹੜਾ ਅੰਤਸਕਰਨ ਹੈ, ਜਿਹੜਾ ਹਿਰਦਾ ਹੈ, ਅਤੇ ਛਾਤੀ ਹੈ ਸੀਨਾ ਹੈ, ਇਹ ਸੁਖੀ ਤੇ ਠੰਡਾ ਹੋ ਜਾਂਦਾ ਹੈ। ਹੇ ਗੋਬਿੰਦ, ਹੇ ਪਰਮੇਸ਼ਰ, ਤੇਰੇ ਗੁਣਾਂ ਅਤੇ ਸ਼ਾਂਤ ਹੁੰਦਾ ਜਸ ਨੂੰ ਗਾ ਕੇ ਬੁੱਧੀ ਰੂਪੀ ਛਾਤੀ ਸ਼ੀਤਲ ਠੰਡੀ ਭਾਵ ਸ਼ਾਂਤ ਹੋ ਗਈ ਹੈ ਅਤੇ ਮਨ ਸੁੱਖਾਂ ਦੇ ਸਹਿਤ ਹੋ ਜਾਂਦਾ ਹੈ। ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ, ਮੇਰੇ ਤੇ ਐਸੀ ਅਜਿਹੀ ਕਿਰਪਾ ਕਰਨੀ ਕਰੋ ਕਿ ਅਸੀਂ ਆਪ ਜੀ ਦੇ ਦਾਸ, ਦਾਸਾਂ ਦੇ ਦਾਸ ਹੋਣਾ ਕਰੀਏ। ਪੌੜੀ ਦੇ ਅੰਦਰ ਮਹਾਰਾਜ ਜੀ ਸਮਝਾ ਰਹੇ ਹਨ, ਛੱਛਾ ਛੋਰੇ ਦਾਸ ਤੁਮਾਰੇ। ਛੱਛੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਅਸੀਂ ਤੁਹਾਡੇ ਸਹੁਰੇ ਛੋਟੇ ਦਾਸ ਸੇਵਕ ਹਾਂ, ਭਾਵ ਛੋਟੇ ਬੱਚੇ ਹਾਂ। ਦਾਸ ਦਾਸਨ ਕੇ ਪਾਣੀ ਹਾਰੇ, ਆਪ ਜੀ ਦੇ ਦਾਸ, ਆਪ ਜੀ ਦੇ ਸੇਵਕਾਂ ਦਾ ਪਾਣੀ ਭਰਨ ਵਾਲੇ ਹਾਂ। ਆਪ ਜੀ ਦੇ ਛੋਟੇ ਬਾਲਕ ਬੱਚੇ ਹਾਂ। ਛੱਛਾ ਛਾਰ ਹੋਤ ਤੇਰੇ ਸੰਤਾ। ਛੱਛੇ ਅੱਖਰ ਦੁਆਰਾ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਅਸੀਂ ਤੇਰੇ ਸੰਤਾਂ, ਅਸੀਂ ਤੇਰੇ ਮਹਾਤਮਾ ਜਨਾਂ ਦੀ ਚਰਨ ਧੂੜੀ ਹੋ ਜਾਈਏ। ਆਪਣੀ ਕਿਰਪਾ ਕਰੋ ਭਗਵੰਤਾ। ਇਸ ਲਈ ਹੇ ਭਗਵੰਤਾ, ਹੇ ਪਰਮੇਸ਼ਰ, ਆਪ ਆਪਣੀ ਕਿਰਪਾ ਦ੍ਰਿਸ਼ਟੀ ਕਰੋ ਕਿ ਹੇ ਪਰਮੇਸ਼ਰ, ਅਸੀਂ ਤੇਰੇ ਮਹਾਤਮਾ ਜਨਾਂ ਦੀ ਚਰਨ ਧੂੜੀ ਹੋ ਜਾਈਏ। ਸਾੜ ਸਿਆਣਪ ਬਹੁਤ ਚਤਰਾਈ, ਸੰਤਨ ਕੀ ਮਨ ਟੇਕ ਟਿਕਾਈ। ਸਾੜ ਸਿਆਣਪ ਬਹੁਤ ਚਤਰਾਈ, ਹੈ ਮਹਾਰਾਜ, ਅਸੀਂ ਬੁੱਧੀ ਦੀਆਂ ਸਿਆਣਪਾਂ ਅਤੇ ਬਾਕਾਂ ਦੀ ਬੋਲਣ ਦੀ ਚਤਰਾਈ ਚਲਾਕੀਆਂ ਤਿਆਗ ਦਿੱਤੀਆਂ ਹਨ। ਸੰਤਨ ਕੀ ਮਨ ਟੇਕ ਟਿਕਾਈ, ਅਤੇ ਸੰਤ ਮਹਾਤਮਾ ਜਨਾਂ ਦੀ ਟੇਕ ਓਟ ਗ੍ਰਹਿਣ ਕੀਤੀ ਹੈ, ਗੁਰੂ ਦੀ ਓਟ ਗ੍ਰਹਿਣ ਕੀਤੀ ਹੈ। ਛਾਰ ਕੀ ਪੁੱਤਰੀ ਪਰਮਗਤ ਪਾਈ, ਕਿ ਉਹਨਾਂ ਨੇ ਛਾਰ ਮਿੱਟੀ ਦੀ ਪੁਤਲੀ ਜੋ ਦੇਹ ਹੈ, ਇਸ ਵਿੱਚ ਰਹਿੰਦਿਆਂ ਪਰਮਗਤ ਕੈਵਲ ਮੁਕਤੀ ਪਾਈ ਹੈ। ਨਾਨਕ ਜਾ ਕੋ ਸੰਤ ਸਹਾਈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਦੇ ਤਾਈ ਮਹਾਤਮਾ ਜਨ ਸਹਾਇਕ ਹੋਏ ਹਨ, ਗੁਰੂ ਸਾਹਿਬ ਸਹਾਇਕ ਹੋਏ ਹਨ, ਉਹਨਾਂ ਨੇ ਮਿੱਟੀ ਦੀ ਪੁਤਲੀ ਜੋ ਦੇਹ ਹੈ, ਇਸ ਵਿੱਚ ਰਹਿੰਦਿਆਂ ਹੀ ਪਰਮਗਤ ਕੈਵਲ ਮੁਕਤੀ ਪਾਈ ਹੈ। ਸਲੋਕ ਜੋਰ ਜ਼ੁਲਮ ਫੁੱਲਹਿ ਘਨੋ, ਕਾਚੀ ਦੇਹ ਵਿਕਾਰ। ਆਹਾਂ ਬੁੱਧ ਬੰਧਨ ਪਰੇ, ਨਾਨਕ ਨਾਮ ਛੁਟਾਰ। ਪੌੜੀ ਜੱਜਾ ਜਾਣੈ ਹਉ ਕਛ ਹੂਆ, ਬਾਂਧਿਓ ਜਿਉ ਨਾਲੀ ਭਰਮ ਸੂਆ। ਜੋ ਜਾਣੈ ਹਉ ਭਗਤ ਗਿਆਨੀ, ਆਗੈ ਠਾਕੁਰ ਤਿਲ ਨਹੀਂ ਮਾਨੀ। ਜੋ ਜਾਣੈ ਮੈਂ ਕਥਨੀ ਕਰਤਾ, ਵਿਆਪਾਰੀ ਵਸਦਾ ਜਿਉ ਫਿਰਤਾ। ਸਾਧ ਸੰਗ ਜੇ ਹਉਮੈ ਮਾਰੀ, ਨਾਨਕ ਤਾਂ ਕੋ ਮਿਲੈ ਮੁਰਾਰੀ।
ਸਾਧ ਸੰਗ ਜਿਹ ਹਉਮੈ ਮਾਰੀ, ਨਾਨਕ ਤਾਂ ਕੋ ਮਿਲੈ ਮੁਰਾਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਲੋਕ ਦੇ ਅੰਦਰ ਬਾਣੀ ਦੁਆਰਾ ਕਥਨ ਕਰਦੇ ਹਨ। ਜੋਰ ਜੁਰਮ ਫੂਲੇ ਘਨੋਂ, ਇਹ ਜੀਵ ਕਿਸੇ ਨਾਲ ਜ਼ੋਰ ਬਲ ਕਰਕੇ ਜ਼ੁਲਮ ਕਰਦਾ ਹੈ, ਧੱਕਾ ਕਰਦਾ ਹੈ, ਅਤੇ ਧੱਕਾ ਕਰਕੇ ਬਹੁਤਾ ਪ੍ਰਫੁੱਲਤ ਹੁੰਦਾ ਹੈ, ਬਹੁਤਾ ਵੱਧਦਾ ਹੈ। ਜੋਰ ਜ਼ੁਲਮ ਫੂਲੇ ਘਨੋਂ, ਇਹ ਜੀਵ ਕਿਸੇ ਦੇ ਨਾਲ ਜੇ ਬਲ ਕਰਕੇ ਜ਼ੋਰ ਕਰਕੇ ਧੱਕਾ ਕਰਦਾ ਹੈ, ਧੱਕਾ ਕਰਕੇ ਇੱਕ ਵਾਰੀ ਪ੍ਰਫੁੱਲਤ ਹੋ ਜਾਂਦਾ ਹੈ, ਵੱਧ ਫੁੱਲ ਜਾਂਦਾ ਹੈ, ਭਾਵ ਹੰਕਾਰ ਸਹਿਤ ਹੁੰਦਾ ਹੈ, ਪਰ ਸਮਝਦਾ ਨਹੀਂ। ਜੀਵ ਤੇ ਧੱਕਾ ਕਰਦਾ ਹੈ, ਜ਼ੋਰ ਕਰਕੇ ਧੱਕਾ ਕਰਦਾ ਹੈ, ਪਰ ਇਹ ਸਮਝਦਾ ਨਹੀਂ। ਕਾਚੀ ਦੇਹ ਵਿਕਾਰ, ਕਿ ਇਹ ਕਾਚੀ ਕੱਚੀ ਦੇਹ ਵਿਸ਼ੇ ਵਿਕਾਰਾਂ ਦੀ ਉਤਪਤੀ ਕਰਨ ਵਾਲੀ ਹੈ। ਕਬੀਰ ਜੋਰ ਕੀਆ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ, ਦਫ਼ਤਰ ਲੇਖਾ ਨੀਕਸੈ, ਮਾਰ ਮੋਹੈ ਮੋਹ ਖਾਏ। ਕਬੀਰ ਭਗਤ ਜੀ ਨੇ ਵੀ ਕਿਹਾ ਹੈ, ਜੋਰ ਕੀਆ ਸੋ ਜ਼ੁਲਮ ਹੈ, ਜਿਹੜਾ ਆਪਦੇ ਜ਼ੋਰ ਦੇ ਨਾਲ ਕਿਸੇ ਨਾਲ ਧੱਕਾ ਕਰਨਾ ਹੈ, ਇਹ ਜ਼ੁਲਮ ਹੈ। ਲੈ ਜਵਾਬ ਖੁਦਾਏ, ਉਸ ਪਰਮੇਸ਼ਰ ਨੇ ਫਿਰ ਜਾ ਕੇ ਉੱਥੇ ਖੁਦਾਏ ਨੇ, ਅੱਲਾ ਨੇ, ਵਾਹਿਗੁਰੂ ਨੇ ਪੁੱਛਣਾ ਹੈ। ਦਫ਼ਤਰ ਲੇਖਾ ਨੀਕਸੈ, ਜਦੋਂ ਦਫ਼ਤਰ ਦੇ ਵਿੱਚ ਜਾ ਕੇ ਲੇਖਾ ਜੋਖਾ ਕੱਢਿਆ, ਫਿਰ ਮਾਰ ਮੋਹੈ ਮੋਹ ਖਾਏ, ਫਿਰ ਮੂੰਹ 'ਤੇ ਮਾਰਾਂ ਪੈਣਗੀਆਂ। ਇਸ ਸ਼ਬਦ ਦੇ ਵਿੱਚ ਵੀ ਸਮਝਾਉਣਾ ਕੀਤਾ ਹੈ, ਜੋਰ ਜ਼ੁਲਮ ਫੂਲੇ ਘਨੋਂ, ਕਾਚੀ ਦੇਹ ਵਿਕਾਰ, ਇਹ ਜੀਵ ਕਿਸੇ ਨਾਲ ਬਲ ਕਰਕੇ ਜ਼ੋਰ ਕਰਕੇ ਧੱਕਾ ਕਰਦਾ ਹੈ, ਧੱਕਾ ਕਰਕੇ ਫੂਲੇ ਘਨੋਂ ਬਹੁਤਾ ਪ੍ਰਫੁੱਲਤ ਹੁੰਦਾ ਹੈ, ਵੱਧਦਾ ਫੁੱਲਦਾ ਹੈ, ਭਾਵ ਹੰਕਾਰ ਦੇ ਸਹਿਤ ਜਦੋਂ ਕਿਸੇ ਦੇ ਨਾਲ ਧੱਕਾ ਕਰਦਾ ਹੈ, ਧੱਕਾ ਕਰਕੇ ਉਸ ਤੋਂ ਬਾਅਦ ਇੱਕ ਵਾਰੀ ਵੱਧਦਾ ਫੁੱਲਦਾ ਹੈ, ਪਰ ਸਮਝਦਾ ਨਹੀਂ ਕਿ ਕਾਚੀ ਦੇਹ ਵਿਕਾਰ, ਕਿ ਇਹ ਕੱਚੀ ਦੇਹੀ ਵਿਕਾਰ ਹੈ, ਵਿਸ਼ੇ ਵਿਕਾਰਾਂ ਦੀ ਉਤਪਤੀ ਕਰਨ ਵਾਲੀ ਹੈ, ਵਿਸ਼ਿਆਂ ਦੇ ਵਿੱਚ ਹੀ ਉਲਝਣ ਵਾਲੀ ਹੈ। ਆਹਾਂ ਬੁੱਧ ਬੰਧਨ ਪਰੇ, ਨਾਨਕ ਨਾਮ ਛੁਟਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੀਵ ਨੂੰ ਆਹਾਂ ਬੁੱਧ, ਹੰਗਤਾ ਵਾਲੀ ਬੁੱਧੀ ਕਰਕੇ ਬੰਧਨ ਪਏ ਹਨ। ਇਸ ਦਾ ਕੇਵਲ ਹਰੀ ਦਾ ਅੰਮ੍ਰਿਤ ਨਾਮ ਜਪ ਕੇ ਛੁਟਕਾਰਾ ਹੋ ਸਕਦਾ ਹੈ। ਆਹਾਂ ਬੁੱਧ ਬੰਧਨ ਪਰੇ, ਨਾਨਕ ਨਾਮ ਛੁਟਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੀਵ ਨੂੰ ਆਹ ਬੁੱਧ ਹੁੰਦਾ, ਹੰਗਤਾ ਵਾਲੀ ਬੁੱਧੀ ਕਰਕੇ, ਹੰਕਾਰ ਵਾਲੀ ਬੁੱਧੀ ਕਰਕੇ ਬੰਧਨ ਪਏ ਹਨ, ਕਿ ਹੰਕਾਰ ਦੇ ਵਿੱਚ ਹੀ ਇਹ ਧੱਕਾ ਕਰਦਾ ਹੈ, ਜ਼ੋਰ ਜਣਾਉਂਦਾ ਹੈ, ਇਸੇ ਕਰਕੇ ਫਿਰ ਬੰਧਨ ਪਏ ਹਨ ਇਸ ਨੂੰ। ਇਸ ਦਾ ਕੇਵਲ ਹਰੀ ਦਾ ਅੰਮ੍ਰਿਤ ਨਾਮ ਜਪ ਕੇ ਛੁਟਕਾਰਾ ਹੋ ਸਕਦਾ ਹੈ। ਪੌੜੀ ਦੇ ਅੰਦਰ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਜੱਜਾ ਜਾਣੈ ਹਉ ਕਛ ਹੂਆ। ਜੱਜੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਜਦੋਂ ਇਹ ਜੀਵ ਜਾਣੈ ਜਾਣਦਾ ਹੈ ਕਿ ਹਉ ਕਛ ਹੂਆ, ਹਉ ਮੈਂ ਕਾਸ਼ ਕੁਝ ਹੋ ਗਿਆ ਹਾਂ, ਭਾਵ ਗਿਆਨੀ ਜਾਂ ਵਿਦਵਾਨ ਹੋ ਗਿਆ ਹਾਂ, ਆਦਿਕ ਹੰਕਾਰ ਕਰਦਾ ਹੈ। ਬਾਂਧਿਓ ਜਿਉ ਨਰਲੀ ਭਰਮ ਸੂਆ, ਕਿ ਇਸ ਪ੍ਰਕਾਰ ਸੂਆ ਹੁੰਦਾ ਤੋਤਾ, ਭਰਮ ਕਰਕੇ ਨਲਨੀ ਕੜਿੱਕੀ ਵਿੱਚ ਵੱਜ ਜਾਂਦਾ ਹੈ। ਇਹ ਜੀਵ ਫਿਰ ਤੋਤੇ ਦੀ ਤਰ੍ਹਾਂ ਇਹ ਕੜੱਕੀ ਵਿੱਚ ਫਸ ਜਾਂਦਾ ਹੈ। ਜੱਜਾ ਜਾਣੈ ਹਉ ਕਛ ਹੂਆ, ਬਾਂਧਿਓ ਜਿਉ ਨਲਨੀ ਭਰਮ ਸੂਆ, ਕਿ ਜੱਜੇ ਅੱਖਰ ਦੁਆਰਾ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਕਿ ਜਦੋਂ ਇਹ ਜੀਵ ਜਾਣਦਾ ਹੈ ਕਿ ਮੈਂ ਕੁਝ ਹੋ ਗਿਆ ਹਾਂ, ਭਾਵ ਮੈਂ ਗਿਆਨੀ ਹੋ ਗਿਆ ਹਾਂ, ਵਿਦਵਾਨ ਹੋ ਗਿਆ ਹਾਂ, ਆਦਿਕ ਹੰਕਾਰ ਕਰਦਾ ਹੈ,
ਗਿਆਨੀ ਹੋਣ ਦਾ, ਵਿਦਵਾਨ ਹੋਣ ਦਾ। ਮਹਾਰਾਜ ਜੀ ਕਹਿਣ ਲੱਗੇ ਫਿਰ ਐਂ ਕੜਿੱਕੀ ਵਿੱਚ ਫਸ ਜਾਏਗਾ ਜਿਸ ਪ੍ਰਕਾਰ ਤੋਤਾ ਭਰਮ ਕਰਮ ਕਰਕੇ ਕੜਕੀ ਵਿੱਚ ਫਸ ਜਾਂਦਾ ਹੈ ਕਿ ਤੋਤੇ ਨੂੰ ਪਕੜਦੇ ਹਨ। ਜਦੋਂ ਤੋਤੇ ਨੂੰ ਪਕੜਦੇ ਹਨ, ਇੱਕ ਤਾਰ ਦੇ ਵਿੱਚ ਨਾਲੀ ਪਾ ਕੇ ਉਹਦੇ ਮੂਹਰੇ ਉਸ ਦੀ ਖੁਰਾਕ ਰੱਖੀ ਜਾਂਦੀ ਹੈ। ਜਦੋਂ ਉਸ ਨਾਲੀ ਦੇ ਉੱਤੇ, ਪੈਪ ਦੇ ਉੱਤੇ ਪੈਰ ਧਰ ਲੈਂਦਾ ਹੈ, ਉਸ ਤੋਂ ਘੁੱਕ ਕੇ ਥੱਲੇ ਹੁੰਦਾ ਹੈ, ਤਾਂ ਜੇ ਛੱਡਦਾ ਡਿੱਗਦਾ ਅਤੇ ਉਸ ਕੜਕੀ ਵਿੱਚ ਫਸਣੇ ਕਰਕੇ ਉਸ ਨੂੰ ਪਿੰਜਰੇ ਵਿੱਚ ਬੰਦ ਕੀਤਾ ਜਾਂਦਾ ਹੈ ਫੜ ਕੇ। ਫਿਰ ਇਸ ਤਰ੍ਹਾਂ ਫਸ ਜਾਂਦਾ ਹੈ। ਇਹ ਜੀਵ ਵੀ ਜੇ ਹੰਕਾਰ ਕਰਦਾ ਹੈ ਕਾਸੇ ਦਾ, ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਫਿਰ ਇਹ ਵੀ ਕੜਕੀ ਦੇ ਵਿੱਚ, ਭਾਵ ਇਹ ਵੀ ਜੂਨਾਂ ਦੇ ਵਿੱਚ ਫਸ ਜਾਏਗਾ। ਵਾਰੀ ਵਾਰੀ 84 ਲੱਖ ਜੂਨ ਦਾ ਗੇੜਾ ਪੈ ਜਾਣਾ ਹੈ। ਜੋ ਜਾਣੈ ਹਉ ਭਗਤ ਗਿਆਨੀ, ਜਦੋਂ ਇਹ ਜਾਣਦਾ ਹੈ ਕਿ ਮੈਂ ਭਗਤ ਤੋਂ ਗਿਆਨੀ ਗਿਆਨਵਾਨ ਹੋ ਗਿਆ ਹਾਂ। ਆਗੈ ਠਾਕੁਰ ਤਿਲ ਨਹੀਂ ਮਾਨੀ, ਕਿ ਆਗੈ ਪਰਲੋਕ ਵਿੱਚ ਠਾਕੁਰ ਪਰਮੇਸ਼ਰ ਨੇ ਤਿਲ ਮਾਤਰ ਵੀ ਹੰਗਤਾ ਸਹਿਤ ਕੀਤੀ ਭਗਤੀ ਨਹੀਂ ਮੰਨਣੀ। ਜੋ ਜਾਣੈ ਹਉ ਭਗਤ ਗਿਆਨੀ, ਜਦੋਂ ਇਹ ਜੀਵ ਜਾਣਦਾ ਹੈ ਕਿ ਮੈਂ ਭਗਤ ਤੇ ਗਿਆਨੀ ਗਿਆਨਵਾਨ ਹੋ ਗਿਆ ਹਾਂ। ਆਗੈ ਦਰਗਹਿ ਆਗੈ ਠਾਕੁਰ ਤਿਲ ਨਹੀਂ ਮਾਨੀ, ਕਿ ਅੱਗੇ ਦਰਗਾਹ ਵਿੱਚ ਪਰਲੋਕ ਵਿੱਚ ਠਾਕੁਰ ਨੇ, ਪਰਮੇਸ਼ਰ ਨੇ ਤਿਲ ਰੰਚਕ ਮਾਤਰ ਵੀ ਹੰਗਤਾ ਦੇ ਸਹਿਤ, ਹੰਕਾਰ ਦੇ ਸਹਿਤ ਕੀਤੀ ਭਗਤੀ ਨਹੀਂ ਮੰਨਣੀ। ਜੋ ਜਾਣੈ ਮੈਂ ਕਥਨੀ ਕਰਤਾ, ਵਿਆਪਾਰੀ ਵਸਦਾ ਜਿਉ ਫਿਰਤਾ। ਜਦ ਇਹ ਜੀਵ ਜਾਣਦਾ ਹੈ ਕਿ ਮੈਂ ਚੰਗੀ ਕਥਨੀ, ਕਥਾ ਕਰਨ ਵਾਲਾ ਕਥਾਕਾਰ ਹਾਂ, ਉਹ ਇਉਂ ਹੈ ਜਿਵੇਂ ਵਿਆਪਾਰੀ, ਵਪਾਰੀ ਲਾਭ ਵਾਸਤੇ ਧਰਤੀ 'ਤੇ ਫਿਰਦਾ ਹੈ। ਇਸੇ ਤਰ੍ਹਾਂ ਕਥਾ ਕਰਨ ਵਾਲੇ ਨੇ ਕਥਾ ਹੀ ਵਪਾਰ ਬਣਾਇਆ ਹੋਇਆ ਹੈ, ਜਿਸ ਨਾਲ ਹਉਮੈ ਜਾਂ ਪਦਾਰਥ ਇਕੱਠਾ ਕਰਦਾ ਹੈ। ਭਾਵ ਜਿਵੇਂ ਵਪਾਰੀ ਸੌਦਾ ਵੇਚਣ ਲਈ ਹੋਕਾ ਦਿੰਦਾ ਹੈ, ਹੋਕਾ ਦਿੰਦਾ ਹੁੰਦਾ ਹੈ, ਪਰ ਉਹ ਆਪ ਉਸ ਸੌਦੇ ਦਾ ਆਨੰਦ ਨਹੀਂ ਮਾਣਦਾ। ਇਸੇ ਤਰ੍ਹਾਂ ਕਥਾ ਵਿਖਿਆਨ ਕਰਨ ਵਾਲਾ ਹੰਕਾਰੀ ਪੁਰਸ਼ ਦੂਜਿਆਂ ਨੂੰ ਤਾਂ ਉਪਦੇਸ਼ ਦੇ ਹੀ ਜਾਂਦਾ ਹੈ, ਪਰ ਆਪ ਧਾਰਨ ਨਹੀਂ ਕਰਦਾ। ਇਸ ਲਈ ਉਹਦਾ ਕੂਕਣਾ ਬੇਅਰਥ ਹੀ ਹੈ। ਜੋ ਜਾਣੈ ਮੈਂ ਕਥਨੀ ਕਰਤਾ, ਵਿਆਪਾਰੀ ਵਸਦਾ ਜੋ ਫਿਰਤਾ। ਕਿ ਜਦ ਇਹ ਜੀਵ ਸੋਚਦਾ ਹੈ ਕਿ ਮੈਂ ਚੰਗੀ ਕਥਾ ਕਰਨ ਵਾਲਾ ਕਥਾਵਾਚਕ ਹਾਂ, ਉਹ ਇਉਂ ਹੈ ਜਿਵੇਂ ਵਿਆਪਾਰੀ ਵਸਦਾ ਜੋ ਫਿਰਦਾ, ਜਿਵੇਂ ਵਿਆਪਾਰੀ ਵਪਾਰੀ ਲਾਭ ਵਾਸਤੇ ਧਰਤੀ 'ਤੇ ਫਿਰਦਾ ਹੈ। ਇਸੇ ਤਰ੍ਹਾਂ ਕਥਾ ਕਰਨ ਵਾਲੇ ਨੇ ਕਥਾ ਹੀ ਵਪਾਰ ਬਣਾਇਆ ਹੋਇਆ ਹੈ, ਜਿਸ ਨਾਲ ਹਉਮੈ ਜਾਂ ਪਦਾਰਥ ਇਕੱਠਾ ਕਰਦਾ ਹੈ ਅਤੇ ਕਥਾ ਦੇ ਵਪਾਰ ਕਰਕੇ, ਭਾਵ ਜਿਵੇਂ ਵਪਾਰੀ ਸੌਦਾ ਵੇਚਣ ਲਈ ਹੋਕਾ ਦਿੰਦਾ ਹੁੰਦਾ ਹੈ, ਪਰ ਉਹ ਆਪ ਉਸ ਸੌਦੇ ਦਾ ਆਨੰਦ ਨਹੀਂ ਮਾਣਦਾ। ਇਸੇ ਤਰ੍ਹਾਂ ਕਥਾ ਵਿਖਿਆਨ ਕਰਨ ਵਾਲਾ ਹੰਕਾਰੀ ਜੇ ਹੋਵੇ ਤਾਂ ਉਹ ਪੁਰਸ਼ ਦੂਜਿਆਂ ਨੂੰ ਤਾਂ ਉਪਦੇਸ਼ ਦੇ ਹੀ ਜਾਂਦਾ ਹੈ, ਪਰ ਆਪ ਧਾਰਨ ਨਹੀਂ ਕਰਦਾ। ਇਸ ਲਈ ਉਸ ਦਾ ਕੂਕਣਾ ਬੇਅਰਥ ਹੀ ਹੈ। ਸਾਧ ਸੰਗ ਜੇ ਹਉਮੈ ਮਾਰੀ, ਨਾਨਕ ਤਾਂ ਕੋ ਮਿਲੈ ਬਰਾਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਸਾਧ ਸੰਗ ਜੇ ਜਿਹ ਹਉਮੈ ਮਾਰੀ, ਕਿ ਜਿਸ ਨੇ ਸਾਧ ਸੰਗਤ ਵਿੱਚ ਭਗਤ ਪੁਣੇ ਤੋਂ ਗਿਆਨ ਪੁਣੇ ਦੀ ਹੰਗਤਾ ਮਾਰ ਲਈ ਹੈ, ਹੰਕਾਰ ਮਾਰ ਲਿਆ ਹੈ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਉਸ ਨੂੰ ਮੁਰਾਰੀ, ਮੁਰ ਦੈਂਤ ਦੇ ਮਾਰਨ ਵਾਲੇ ਹਰੀ ਪ੍ਰਭੂ ਮਿਲੇ ਹਨ। ਸਾਧ ਸੰਗ ਜਿਹ ਹਉਮੈ ਮਾਰੀ, ਨਾਨਕ ਤਾਂ ਕੋ ਮਿਲੈ ਮੁਰਾਰੀ। ਜਿਸ ਨੇ ਸਾਧ ਸੰਗਤ ਵਿੱਚ ਭਗਤੀ ਪਣੇ ਤੇ ਗਿਆਨ ਪੁਣੇ ਦੀ ਹੰਗਤਾ, ਹੰਕਾਰ ਮਾਰ ਲਿਆ ਹੈ।
ਸਤਿਗੁਰੂ ਜੀ ਸਮਝਾ ਰਹੇ ਹਨ, ਉਸ ਨੂੰ ਮਰਾਰੀ ਮੁਰਦੈਂਤ ਦੇ ਮਾਰਨ ਵਾਲੇ ਹਰੀ ਪ੍ਰਭੂ ਮਿਲੇ ਹਨ। ਸਲੋਕ ਚਾਲਾਂਗੇ ਉਠ ਨਾਮ ਜਪ ਨਿਸਵਾਸਰ ਆਰਾਧ। ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਜੀਵ ਨੂੰ ਸਮਝਾ ਰਹੇ ਹਨ ਕਿ ਹੇ ਭਾਈ, ਚਾਲਾਂਗੇ ਹੁੰਦਾ ਅੰਮ੍ਰਿਤ ਵੇਲਾ, ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਨੂੰ ਜਪਿਆ ਕਰ, ਅਤੇ ਨਿਸਵਾਸਰ ਆਰਾਧ, ਨਿਸਵਾਸਰ ਰਾਤ ਦਿਨ ਉਸ ਪਰਮੇਸ਼ਰ ਦੇ ਨਾਮ ਨੂੰ ਆਰਾਧਿਆ ਕਰ। ਚੱਲਾਂਗੇ ਵੱਡੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਕਰੋ, ਨਿਸਵਾਸਰ ਰਾਤ ਦਿਨ ਹੀ ਆਰਾਧਨਾ ਕਰ, ਕਿ ਅਰਥਾਤ 84 ਲੱਖ ਜੂਨ ਰਾਤ ਹੈ ਤੇ ਮਨੁੱਖਾ ਜਨਮ ਅੰਮ੍ਰਿਤ ਵੇਲਾ ਹੈ। ਸਾਧ ਸੰਗਤ ਦੀ ਪ੍ਰਾਪਤੀ ਵੀ ਅੰਮ੍ਰਿਤ ਵੇਲਾ ਹੈ। 4 ਯੁੱਗਾਂ ਤੋਂ ਕਲਯੁੱਗ ਦਾ ਸਮਾਂ ਵੀ ਅੰਮ੍ਰਿਤ ਵੇਲਾ ਹੈ। ਫਿਰ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪ ਦਿਨ ਆਵੇਗਾ, ਕਿ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦਾ ਨਾਮ ਜਪਿਆ ਕਰ। ਕਾਰਾ ਤੁਝੈ ਨਾ ਵਿਆਪੀ, ਨਾਨਕ ਮਿਟੈ ਉਪਾਦ। ਗੁਰੂ ਜੀ ਕਥਨ ਕਰਦੇ ਹਨ, ਫਿਰ ਤੈਨੂੰ ਕਾਰਾ ਝੋਰਾ ਨਹੀਂ ਵਿਆਪੇਗਾ ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦਾ ਨਾਮ ਜਪੇਗਾ। ਫਿਰ ਤੈਨੂੰ ਝੋਰਾ ਨਹੀਂ ਵਿਆਪੇਗਾ। ਜੰਮਣ ਮਰਨ ਰੂਪੀ ਉਪਾਦ ਮਿਟ ਜਾਣਗੇ। ਪੌੜੀ ਝੱਜਾ ਝੂਰਨ ਮਿਟੈ ਤੁਮਾਰੋ। ਝੱਜੇ ਅੱਖਰ ਦੁਆਰਾ ਕਥਨ ਕਰਦੇ ਹਨ ਮਹਾਰਾਜ ਜੀ ਕਿ ਤੁਹਾਡਾ ਝੂਰਨ ਹੁੰਦਾ, ਝੋਰਾ ਮਿਟ ਜਾਏਗਾ। ਰਾਮ ਨਾਮ ਸਿਉ ਕਰ ਵਿਵਹਾਰੋ। ਤੁਸੀਂ ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਨਾਲ ਵਿਵਹਾਰੋ, ਵਪਾਰ ਕਰਨਾ ਕਰੋ, ਨਾਮ ਦਾ ਹੀ ਵਪਾਰ ਕਰਨਾ ਕਰੋ। ਝੂਰਤ ਝੂਰਤ ਸਾਕਤ ਮੂਆ। ਉਹ ਸਾਕਤ ਕਠੋਰ ਚਿੱਤ ਵਾਲਾ ਪੁਰਸ਼। ਝੂਰਤ ਹੁੰਦਾ ਸੋਗ ਕਰਦਾ, ਪਛਤਾਉਂਦਾ ਹੀ ਮਰ ਜਾਂਦਾ ਹੈ। ਜਾਂ ਕੈ ਹਿਰਦੈ ਹੋਤ ਭਾਉ ਬੀਆ, ਕਿ ਜਿਸ ਦੇ ਹਿਰਦੇ ਵਿੱਚ ਦੂਜਾ ਦਵੈਤ ਭਾਵ ਹੁੰਦਾ ਹੈ, ਉਹ ਕਠੋਰ ਚਿੱਤ ਵਾਲਾ ਪੁਰਸ਼ ਸੋਗ ਕਰਦਾ, ਪਛਤਾਉਂਦਾ ਹੀ ਮਰ ਜਾਂਦਾ ਹੈ। ਝਰੇ ਕਸੰਮਲ ਪਾਪ ਤੇਰੇ ਮਨੁਆ। ਹੇ ਜੀਵ, ਤਦ ਤੇਰੇ ਮਨ ਵਿੱਚੋਂ ਕਸੰਮਲ ਹੁੰਦਾ ਭੈੜੇ ਪਾਪ। ਝਰਹੇ ਹੁੰਦਾ ਝਾੜ ਜਾਣਗੇ। ਅੰਮ੍ਰਿਤ ਕਥਾ ਸੰਤ ਸੰਗ ਸੁਨੁਆ। ਜਦ ਤੂੰ ਅੰਮ੍ਰਿਤ ਅਮਰ ਕਰਨ ਵਾਲੀ ਕਥਾ ਮਹਾਤਮਾ ਜਨਾਂ ਦੀ ਸੰਗਤ 'ਚ ਬੈਠ ਕੇ ਸੁਣੇਗਾ, ਤੇਰੇ ਸਾਰੇ ਵੱਡੇ ਪਾਪ ਝੜ ਜਾਣਗੇ। ਝਰਹੇ ਕਾਮ ਕ੍ਰੋਧ ਦ੍ਰਿਸ਼ਟਾਈ, ਨਾਨਕ ਜਾਂ ਕੋ ਕਿਰਪਾ ਗੁਸਾਈ। ਝਰਹੇ ਕਾਮ ਕ੍ਰੋਧ ਦ੍ਰਿਸ਼ਟਾਈ, ਉਸ ਦੇ ਹਿਰਦੇ ਵਿੱਚੋਂ ਕਾਮ ਕ੍ਰੋਧ ਦੁਸ਼ਟਤਾਈ ਝੜਦੀ ਭਾਵ ਮਿਟਦੀ ਹੈ। ਨਾਨਕ ਜਾਂ ਕੋ ਕਿਰਪਾ ਗੁਸਾਈ। ਸਤਿਗੁਰੂ ਜੀ ਕਥਨ ਕਰਦੇ ਹਨ, ਜਿਸ ਦੇ ਉੱਪਰ ਗੁਸਾਈ ਮਾਲਕ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਸ ਦੇ ਵਿੱਚੋਂ ਹੀ ਕਾਮ ਕ੍ਰੋਧ ਦੁਸ਼ਟਾਈ ਝੜਦੀ ਭਾਵ ਮਿਟਦੀ ਰਹਿੰਦੀ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੋਈਆਂ ਭੁੱਲਾਂ ਦੀ ਖਿਮਾ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰਨ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ। ਚੱਲਿਆ ਹੋਇਆ ਕਦਮ ਲੇਖੇ ਵਿੱਚ ਲਾਉਣ। ਗੁਰਸਿੱਖੀ ਦੀਆਂ ਨਾਮ